ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਕਿਉਂਕਿ ਅੱਜ ਸ਼ਹੀਦੀ ਦਾ ਪ੍ਰਸੰਗ ਹੈ, ਇਸ ਕਰਕੇ ਆਪਾਂ ਇਹ ਵਿਚਾਰ ਕਰ ਰਹੇ ਹਾਂ। ਸ਼ਹੀਦੀ ਮਸਤਕ ਤੇ ਬਹੁਤ ਭਾਗਾਂ ਨਾਲ ਲਿਖੀ ਹੋਵੇ ਤਾਂ ਮਿਲਦੀ ਆ। ਸ਼ਹੀਦੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਕਿਉਂਕਿ ਸ਼ਹੀਦ ਦਾ ਰੁਤਬਾ ਆਪਣੇ 'ਚ ਬਹੁਤ ਵੱਡਾ ਮੰਨਿਆ ਜਾਂਦਾ। ਇਸ ਕਰਕੇ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੇ 25 ਪਾਠ ਰੋਜ਼ ਕਰਦੇ ਸੀ। ਭਾਈ ਦਿਆਲਾ ਜੀ ਸ੍ਰੀ ਸੁਖਮਨੀ ਸਾਹਿਬ ਦੇ 21 ਪਾਠ ਰੋਜ਼ ਕਰਦੇ ਸੀ। ਤੇ ਭਾਈ ਸਤੀ ਰਾਮ ਜੀ ਸਤਨਾਮ ਵਾਹਿਗੁਰੂ ਦਾ ਅਭਿਆਸ ਇੰਨਾ ਜ਼ਿਆਦਾ ਕਰਦੇ ਸੀ। ਇਹ ਭਾਗਾਂ ਦੇ ਨਾਲ ਚੀਜ਼ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜਿਹੜਾ ਇਹ ਰੁਤਬਾ ਮਿਲਣਾ, ਕਿਉਂਕਿ ਬ੍ਰਹਮ ਗਿਆਨ ਪ੍ਰਾਪਤ ਕਰਨਾ ਬਹੁਤ ਔਖਾ, ਪਰ ਸ਼ਹੀਦ ਹੁੰਦਿਆਂ ਸਾਰੀ ਬ੍ਰਹਮ ਗਿਆਨ ਮਿਲ ਜਾਣਾ ਇਹ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਪਰ ਜੇ ਪਹਿਲਾਂ ਕਮਾਈ ਕੀਤੀ ਹੋਵੇ, ਕਮਾਈ ਕਰਨ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਫਿਰ ਜਪਜੀ ਸਾਹਿਬ ਦੇ ਪਾਠ ਕਰਨੇ, ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ। ਇਸ ਤਰ੍ਹਾਂ ਟਕਸਾਲ ਦੇ ਜਿੰਨੇ ਮੁਖੀ ਮਹਾਂਪੁਰਸ਼ ਹੋਏ ਨੇ, ਸਾਰਿਆਂ ਨੇ ਸ਼ੁਰੂ ਤੋਂ ਲੈ ਕੇ 101 ਜਪਜੀ ਸਾਹਿਬ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਮਰਾਲੇ ਵਾਲੇ, ਸਾਡੇ ਵੱਡੇ ਮੁਖੀ ਬਾਬਾ ਦੀਪ ਸਿੰਘ ਜੀ 110 ਪਾਠ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ, 7 ਬਾਣੀਆਂ ਰੋਜ਼ ਕਰਨ ਵਾਲੇ। ਫਿਰ ਇੰਨੀ ਸ਼ਕਤੀ ਕਿ ਸੀਸ ਤਲੀ ਤੇ ਰੱਖ ਕੇ ਜੰਗ ਕਰ ਸਕਦੇ ਨੇ। ਤੇ ਜੇ ਗੁਰਬਾਣੀ ਦਾ ਆਧਾਰ ਨਾ ਹੋਵੇ ਅੰਦਰ, ਫਿਰ ਤਾਂ ਬੰਦਾ ਖੂਨ ਦੇ 2 ਤੁਪਕੇ ਦੇਖ ਕੇ ਹੀ ਡਰ ਜਾਂਦਾ। ਇਸ ਕਰਕੇ ਜਦੋਂ ਸ਼ਹੀਦੀ ਦੀਆਂ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪਤਾ ਕਿੱਥੇ ਲੱਗਦਾ? ਮੈਦਾਨ ਜੰਗ ਦੇ ਵਿੱਚ। ਸੋ ਸਾਡੇ ਪੰਥ ਦੇ ਵਿੱਚ 21ਵੀਂ ਸਦੀ ਦੇ ਮਹਾਨ ਗੁਰਸਿੱਖ ਜੀ ਨਾਲ ਲਿਖਿਆ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਨਾਰੰਗਵਾਲ ਦੀ ਗੱਲ ਹੈ, 1974 ਚ ਦਸੰਬਰ ਦੇ ਮਹੀਨੇ ਦੀ ਗੱਲ ਹੈ, ਜਦ ਜਥਾ ਉੱਥੇ ਠਹਿਰਿਆ ਹੋਇਆ ਸੀ। ਜਦੋਂ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਥਾ ਕਰ ਰਹੇ ਸੀ, ਅਸੀਂ ਪੋਥੀਆਂ ਪ੍ਰਕਾਸ਼ ਕਰਕੇ ਅੱਗੇ ਬੈਠੇ। ਉਸ ਵਕਤ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਕਿਹਾ, ਆ ਗਏ ਹੋ ਜੀ ਆਇਆਂ ਨੂੰ। ਮੈਂ ਖੱਬਾ ਸੱਜਾ ਦੇਖਿਆ, ਮੈਂ ਕੌਣ ਆ ਗਿਆ ਜਿਹਨੂੰ ਜੀ ਆਇਆਂ ਕਥਾ ਕਰਦਿਆਂ ਕਿਹਾ। ਫੇਰ ਨਾ ਪਤਾ ਲੱਗਿਆ। ਫਿਰ ਜਦੋਂ ਉੱਠ ਕੇ ਖੜੇ ਹੋਏ ਅਰਦਾਸ ਕਰਕੇ ਕਹਿੰਦੇ, ਧੰਨ ਭਾਗ, ਬਹਿ ਜਾ ਭਾਈ ਸਾਜਾ। ਉਸ ਵਕਤ ਮੈਂ ਦੇਖਿਆ ਮਹਾਂਪੁਰਸ਼ਾਂ ਵੱਲ। ਅੱਜ ਉਹਨਾਂ ਦੀ ਇੱਕ ਪੁਰਾਣੀ ਤਸਵੀਰ ਦੇਖੀ ਮੈਂ ਮਹਾਂਪੁਰਸ਼ਾਂ ਦੀ। ਸੋ ਉਦੋਂ ਚੋਲਾ ਮਹਾਂਪੁਰਸ਼ ਬਹੁਤਾ ਲੰਬਾ ਨਹੀਂ ਸੀ ਪਾਇਆ ਕਰਦੇ, ਬਿਲਕੁਲ ਸਾਦਾ ਜਿਹਾ ਗਰੀਬੜਾ ਜਿਹਾ ਸੁਭਾਅ ਰੱਖਦੇ ਹੁੰਦੇ ਸੀ। ਤੇ ਉਸ ਵਕਤ ਜਦੋਂ ਬਾਅਦ ਦੇ ਵਿੱਚ ਸੁਖਾਸਨ ਹੋ ਕੇ ਸਰੂਪ ਅੰਦਰ ਲੈ ਗਏ, ਕਹਿੰਦੇ ਧੰਨ ਭਾਗ ਤੂੰ ਆ ਗਿਆ। ਕਹਿੰਦੇ ਤੂੰ ਪਿੰਡ ਵੀ ਚਲੇ ਜਾਂਦਾ ਭਾਈ, ਫੇਰ ਆ ਜਾਂਦਾ, ਅਸੀਂ ਚਾਹੁੰਦੇ ਹਾਂ ਤੂੰ ਹੁਣ ਪੱਕਾ ਹੀ ਆ ਜਾਵੇਂ। ਉਦੋਂ ਬਾਬਾ ਦੀਪ ਸਿੰਘ ਵਾਂਗੂ ਮਹਾਂਪੁਰਸ਼ਾਂ ਨੇ ਆਪਣੇ ਤੀਰ ਨਾਲ ਲਕੀਰ ਖਿੱਚਤੀ ਦਰੀਆਂ ਦੇ ਉੱਤੇ ਹੀ। ਕਹਿੰਦੇ ਭਾਈ ਜਰਨੈਲ ਸਿੰਘ ਜਾਂ ਤਾਂ ਇੱਧਰ ਆ ਜਾ ਜਾਂ ਫਿਰ ਉੱਧਰ ਰਹਿ। ਉਹ ਸੀਨ ਉਦੋਂ ਦੁਬਾਰਾ ਦੇਖਣ ਨੂੰ ਮਿਲਿਆ। ਮਹਾਂਪੁਰਸ਼ਾਂ ਦਾ ਸੋਹਣਾ ਲੰਬਾ ਕੱਦ, ਔਰ ਉਸ ਵਕਤ ਆਪਣਾ ਸੋਹਣਾ ਚਰਨ ਅੱਗੇ ਰੱਖ ਦਿੱਤਾ। ਕਹਿੰਦੇ ਮੈਂ ਤਾਂ ਇੱਧਰ ਹੀ ਆਊਂਗਾ, ਤੁਹਾਡੇ ਵੱਲ ਨਹੀਂ। ਫਿਰ ਸਿੰਘਾਂ ਨੇ ਜਕਾਰੇ ਛੱਡੇ, ਕਹਿੰਦੇ ਜਿਹੜੇ ਬਾਰ-ਬਾਰ ਪਿੰਡ ਚਲੇ ਜਾਣਾ ਸਾਡਾ ਵੀ ਨਹੀਂ ਜੀ ਲੱਗਦਾ। ਉਸ ਵਕਤ ਮੇਰੇ ਮਨ 'ਚ ਆਈ, ਮੈਂ ਕਿਹਾ ਇਹ ਸਾਦਾ ਜਿਹਾ ਸਿੰਘ ਹੈ, ਇਹਦੀ ਬੜੀ ਉਪਮਾ ਕਰਦੇ ਆ। ਫਿਰ ਭਾਈ ਰਾਮ ਸਿੰਘ ਜਥੇਦਾਰ ਸੁਲਤਾਨਪੁਰੀ ਕਹਿਣ ਲੱਗੇ, ਇਹੀ ਸਿੰਘ ਹੈ ਜਿਹੜਾ 101 ਜਪਜੀ ਸਾਹਿਬ ਰੋਜ਼ ਕਰਦਾ। ਉਦੋਂ ਤੋਂ ਫਿਰ ਸਾਡਾ ਬਹੁਤ ਜ਼ਿਆਦਾ ਪਿਆਰ ਬਣ ਗਿਆ। ਮਹਾਂਪੁਰਸ਼ ਤਾਂ ਜਨਨੀ ਜਨਾਂ ਤਾਂ ਭਗਤ ਜਨ, ਇਹ ਵੀ ਗੁਣ ਹੈ। ਕਹਿ ਦਾਤਾ ਕਹਿ ਸੂਰ, ਤਿੰਨੇ ਗੁਣ ਮਹਾਂਪੁਰਸ਼ਾਂ ਵਿੱਚ ਸੰਪੰਨ। ਭਗਤੀ ਵੀ ਰੱਜ ਕੇ ਕੀਤੀ, ਔਰ ਮਹਾਂਪੁਰਸ਼ਾਂ ਨੇ ਸੂਰਮਾਪੁਣਾ ਵੀ ਰੱਜ ਕੇ ਦਿਖਾਇਆ। ਔਰ ਦਾਤਾ ਐਡਾ ਕਿ ਜੇ ਸਿੰਘ ਮੰਗੇ, ਮਹਾਰਾਜ ਜੀ ਆਹ ਇਹ ਚੀਜ਼ ਲੈਣੀ, ਸਾਰੀ ਜੇਬ ਵੀ ਮੂਹਰੇ ਪਲਟ ਦੇਣੀ, ਲੈ ਬਈ ਜਿੰਨੇ ਮਰਜ਼ੀ ਪੈਸੇ ਚੱਕ ਲਾ। ਸੋ ਇਸ ਤਰ੍ਹਾਂ ਗਰੀਬਾਂ ਨੂੰ ਬਹੁਤ ਦਾਨ ਦੇਣਾ, ਕੋਈ ਵੀ ਆ ਗਿਆ ਦਾਨ ਦੇਣਾ। ਉਹਨਾਂ ਮਹਾਂਪੁਰਸ਼ਾਂ ਦੇ ਬਚਨ ਮੈਂ ਤਾਂ ਸੁਣਾਇਆ। ਇਸ ਤਰ੍ਹਾਂ ਜੋ ਸ਼ੁਰੂ ਤੋਂ ਲੈ ਕੇ ਸਾਰੇ ਮਹਾਂਪੁਰਸ਼ਾਂ ਨੇ ਇੰਨਾ ਪਾਠ ਕੀਤਾ, ਤੇ 151 ਪਾਠ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਜਦੋਂ ਕੀਤੇ ਆ। ਤੀਸਰੀ ਕਲਾਸ ਵਿੱਚ ਪੜ੍ਹਦਿਆਂ ਹੋਇਆਂ ਪਿਤਾ ਜੀ ਨੇ ਇੱਕ ਦਿਨ ਆ ਕੇ ਕਿਹਾ ਸੀ, ਬਈ ਲੰਮਾ ਪਏ ਰਹਿਣੇ ਭਚੰਗੀ ਸਿਆਂ, 5 ਪਾਠ ਜਪਜੀ ਸਾਹਿਬ ਦੇ ਕਰ ਲਿਆ ਕਰ। ਮਹਾਂਪੁਰਸ਼ਾਂ ਨੇ ਆਪ ਦੱਸਿਆ, ਕਹਿੰਦੇ ਉਸ ਦਿਨ ਤੋਂ ਮੈਂ 5 ਪਾਠ ਤੀਸਰੀ ਕਲਾਸ ਤੋਂ ਸ਼ੁਰੂ ਕੀਤੇ। ਵੱਡਾ ਹੋਣ ਤੱਕ ਮੈਂ 151 ਜਪਜੀ ਸਾਹਿਬ, ਇੱਕ ਸਹਿਜ ਪਾਠ ਮਹੀਨੇ ਦਾ,
5 ਗ੍ਰੰਥੀ 5 ਬਾਣੀਆਂ ਤੇ ਰਹਿ ਰਾਸ ਤੇ ਕੀਰਤਨ ਸੋਹਿਲਾ। ਕਹਿੰਦੇ 22 ਘੰਟੇ ਦਾ ਨਿਤਨੇਮ ਸੀ ਮੇਰਾ ਰੋਜ਼ ਦਾ। 2 ਘੰਟੇ ਸੌਣਾ ਰਾਤ ਨੂੰ 11 ਤੋਂ 1 ਵਜੇ ਤੱਕ, ਤੇ 22 ਘੰਟੇ ਖੇਤਾਂ 'ਚ ਕੰਮ ਕਰਨਾ। ਤਾਂ ਇਸ ਕਰਕੇ ਮੈਂ ਬੇਨਤੀ ਕੀਤੀ, ਮੈਂ ਸੋ ਉਸ ਵਕਤ ਬੇਨਤੀ ਕਰਤੀ, ਮੈਂ ਕਿਹਾ ਜੀ ਤੁਸੀਂ ਇਹ ਦੱਸੋ 22 ਘੰਟੇ ਕੰਮ ਇਨਸਾਨ ਕਰ ਨਹੀਂ ਸਕਦਾ, ਇੰਨਾ ਸਰੀਰ ਤਾਕਤਵਰ। ਕਹਿੰਦੇ ਕੰਮ ਕਰਾਉਣ ਵਾਲੇ ਵੀ ਆ ਜਾਂਦੇ ਹੁੰਦੇ ਆ, ਫਿਰ ਕਹਿੰਦੇ ਉਹ ਵੀ ਨਾਲ ਕੰਮ ਕਰਾ ਦਿੰਦੇ ਸੀਗੇ। ਮੈਂ ਜੀ ਉਹ ਕੌਣ? ਕਹਿੰਦੇ ਸ਼ਹੀਦੀ ਫੌਜਾਂ। ਇਸ ਕਰਕੇ ਜਦ ਇੰਨਾ ਨਿਤਨੇਮ ਕੀਤਾ, ਇੰਨੀ ਕਿਰਪਾ ਹੋ ਕੇ ਉਸ ਰੁਤਬੇ ਉੱਤੇ ਜਾਣ ਲਈ ਨਾਲ ਫਿਰ ਕਿਰਪਾ ਦੀ ਲੋੜ ਹੁੰਦੀ ਆ। ਅਸਲ ਵਿੱਚ ਜਦੋਂ ਕਿਰਪਾ ਹੁੰਦੀ ਆ, ਸੋ ਉਦੋਂ ਦਾਸ ਦੀ ਡਿਊਟੀ ਸੋ ਸ੍ਰੀ ਅਕਾਲ ਤਖਤ ਸਾਹਿਬ ਤੇ ਸਹਾਇਕ ਰਾਗੀ ਵਜੋਂ ਸੀ, ਭਾਈ ਗੁਰਸ਼ਰਨ ਸਿੰਘ ਦੇ ਨਾਲ। ਭਾਈ ਮੁਖਤਿਆਰ ਸਿੰਘ ਮੁਖੀ ਹੁੰਦੇ ਸੀ, ਉਹ ਅੱਜ ਕੱਲ੍ਹ ਕੈਲੀਫੋਰਨੀਆ ਵੱਲ ਨੇ। ਸਵੇਰੇ 4 ਜੂਨ ਨੂੰ ਜਦ ਉਹਨਾਂ ਨੇ ਪਹਿਲਾ ਸ਼ਬਦ ਪੜ੍ਹਿਆ ਭਾਈ ਗੁਰਸ਼ਰਨ ਸੋਹਣਾ ਨੇ, ਫਿਰ ਉਹਨਾਂ ਨੇ ਆਸਾ ਮਹਲਾ ਚੌਥਾ ਛੰਦ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਣਾ ਪੜ੍ਹਿਆ ਸਾਰਾ ਛੰਤ। ਹੁਣ ਮੇਰੀ ਵਾਰੀ ਸਹਾਇਕ ਰਾਗੀ ਦੀ। ਮੈਂ ਕਿਹਾ ਇੱਕ ਬਸ ਓੰਕਾਰ ਨਹੀਂ ਕਹਿ ਹੋਇਆ, 25-30 ਬੰਬ ਸਿੱਧੇ ਹੀ ਅਕਾਲ ਤਖਤ ਸਾਹਿਬ ਦੇ ਉੱਤੇ ਵੱਜੇ ਆ ਕੇ ਗੁੰਬਜ ਤੇ। ਇੰਨੀ ਧਮਾਕੇਦਾਰ ਆਵਾਜ਼ ਹੋਈ ਕਿ ਉਸ ਵਕਤ ਅਸੀਂ ਉੱਠ ਕੇ ਛੇਤੀ ਨਾਲ ਅੰਦਰ ਆ ਗਏ। ਜਦ ਸਵੇਰ ਦੇ 9 ਵੱਜ ਗਏ, ਮਹਾਂਪੁਰਸ਼ਾਂ ਦੀ ਇੱਕ ਚੀਜ਼ ਮੈਨੂੰ ਯਾਦ ਆਈ। ਕਹਿੰਦੇ ਰਾਗੀ ਸਿਆਂ ਆਸਾ ਦੀ ਵਾਰ ਨਹੀਂ ਲਾਈ ਅੱਜ? ਅਸੀਂ ਕਿਹਾ ਜੀ ਬਾਹਰ ਤਾਂ ਫਿਰ ਇਹ ਚੱਲ ਪਿਆ ਕੰਮ, ਫਿਰ ਅਸੀਂ ਅੰਦਰ ਬਹਿ ਗਏ। ਕਹਿੰਦੇ ਉਹ 10ਵੇਂ ਪਾਤਸ਼ਾਹ ਨੇ ਸਰਸਾ ਨਦੀ ਪਾਰ ਕਰਕੇ ਪੋਹ ਮਾਘ ਦੇ ਦਿਨਾਂ 'ਚ ਪਿੱਛੇ 10 ਲੱਖ ਤੁਰਕ ਚੜ੍ਹਿਆ ਆਉਂਦਾ ਸੀ, ਆਸਾ ਦੀ ਵਾਰ ਲਾਈ, ਤੁਸੀਂ ਉਹੀ ਛੱਡੀ ਜਾਂਦੇ ਹੋ। ਫਿਰ ਸਾਨੂੰ ਹੁਕਮ ਹੋਇਆ ਆਸਾ ਦੀ ਵਾਰ ਦਾ। ਕਹਿੰਦੇ ਜਦ ਤੱਕ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਆਸਾ ਦੀ ਵਾਰ ਲਾਉਣੀ ਹੈ, ਤੁਸੀਂ ਸੋਦਰ ਲਾਉਣਾ, ਤੇ ਥੱਲੇ ਮੇਰੇ ਕੋਲ ਬਹਿ ਜਾ ਕਰੋ ਆ ਕੇ। ਬਸ ਤੁਸੀਂ ਇਹ ਰੂਟੀਨ ਨਹੀਂ ਤੋੜਨੀ, ਜਦੋਂ ਪ੍ਰਕਾਸ਼ ਨਾ ਹੋਊਗਾ ਉਦੋਂ ਦੇਖਾਂਗੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ 4 ਨੂੰ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਸੋਦਰ, 5 ਨੂੰ ਫਿਰ ਆਸਾ ਦੀ ਵਾਰ, ਸ਼ਾਮ ਨੂੰ ਫਿਰ ਸੋਦਰ, ਫਿਰ 6 ਨੂੰ ਸਵੇਰੇ ਪ੍ਰਕਾਸ਼ ਨਹੀਂ ਹੋਇਆ। ਬਹੁਤ ਘਮਸਾਨ ਹੋਇਆ ਉਦੋਂ। ਤੇ ਉਸ ਵਕਤ ਫਿਰ ਮੈਨੂੰ ਕਹਿਣ ਲੱਗੇ ਤੂੰ ਨਾ ਡਰੀ, ਤੇਰੀ ਉਮਰ ਬਹੁਤ ਲੰਬੀ ਆ, ਤੂੰ ਮੈਥੋਂ ਬਾਅਦ ਪ੍ਰਚਾਰ ਕਰਨਾ ਸਿੱਖੀ ਦਾ। ਉਹ ਮੈਂ ਆਖਿਆ ਮੈਂ ਤਾਂ ਸਹਾਇਕ ਰਾਗੀ, ਮੈਂ ਤਾਂ ਕਦੇ ਕਥਾ ਕੀਤੀ ਨਹੀਂ। ਕਹਿੰਦੇ ਨਹੀਂ ਮਹਾਰਾਜ ਤੇਥੋਂ ਕਥਾ ਕਰਾ ਲੈਣਗੇ ਆਪੇ। ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਸਾਰੇ ਵਰਲਡ ਦੇ ਵਿੱਚ ਜਿੰਨੀਆਂ ਸੀੜੀਆਂ ਸੰਗਤ ਸੁਣਦੀ ਆ, ਮੈਂ ਕਈ ਦੇਸ਼ਾਂ 'ਚ ਹਲੇ ਤੱਕ ਗਿਆ ਨਹੀਂ, ਪਰ ਸੰਗਤ ਸੁਣ ਕੇ ਆਪੇ ਹੀ ਅੰਮ੍ਰਿਤ ਛਕੀ ਜਾਂਦੀ ਆ, ਆਪੇ ਹੀ ਨਸ਼ੇ ਛੱਡੀ ਜਾਂਦੇ ਨੇ, ਆਪੇ ਹੀ ਸਭ ਕਿਰਿਆ ਹੋ ਰਹੀ ਕਿ ਮਹਾਂਪੁਰਖਾਂ ਦੇ ਇੱਕ ਬਚਨ ਨਾਲ ਹੋ ਰਹੀ ਆ। ਇੱਕ ਸਾਧ ਬਚਨ ਅਟਲਾਦਾ। ਮੈਂ ਸਿਰਫ ਤੁਹਾਡੀ ਭਾਵਨਾ ਨੂੰ ਦੇਖ ਕੇ ਤੁਹਾਨੂੰ ਦੱਸਿਆ। 5 ਜੂਨ ਰਾਤ ਨੂੰ ਚਾਦਰ ਲੈ ਕੇ ਚਿੱਟੀ ਲੰਮੇ ਪਏ ਨੇ। ਜਦੋਂ ਬੜਾ ਧਮਾਕਾ ਜਿਹਾ ਹੁੰਦਾ ਚਾਦਰ ਲਾ ਕੇ ਪੁੱਛਦੇ ਆ ਡਰਦਾ ਤਾਂ ਨਹੀਂ? ਮੈਂ ਕਿਹਾ ਨਹੀਂ, ਡਰ ਤਾਂ ਨਹੀਂ ਲੱਗਦਾ, ਹੌਸਲਾ। ਕਹਿੰਦੇ ਗੁਰਮੁਖ ਸਿੰਘ ਹੁਣ ਪ੍ਰਸ਼ਾਦਾ ਲਿਆ ਭਾਈ ਛਕੀਏ। ਉਹ ਗੜਵਈ ਨੇ ਪ੍ਰਸ਼ਾਦਾ ਲਿਆਂਦਾ। ਦਾਲ ਬਿਨਾਂ ਤੜਕੇ ਤੋਂ ਛਕਦੇ ਹੁੰਦੇ ਸੀ ਆਪ ਜੀ, ਸਿਰਫ ਲੂਣ ਤੇ ਹਲਦੀ ਪਾ ਕੇ, ਤੇ 1 ਗਲਾਸ ਪਾਣੀ ਦਾ। ਪ੍ਰਸ਼ਾਦੇ ਰੱਖੇ ਉਹਨਾਂ ਨੇ 2-3 ਪ੍ਰਸ਼ਾਦੇ ਰੱਖੇ, ਪਹਿਲਾਂ 2 ਛਕ ਲਏ। 1 ਪ੍ਰਸ਼ਾਦਾ ਥਾਲੀ ਛੱਡਤਾ। ਕਹਿੰਦੇ ਗੁਰਮੁਖ ਸਿੰਘ ਤੇਰੇ ਕੋਲ ਹੋਰ ਕਿੰਨੇ ਪ੍ਰਸ਼ਾਦੇ? ਕਹਿੰਦੀ 2। ਕਹਿੰਦੇ 1800 ਨੂੰ ਦੇ ਦੇ। ਆਪਦੀ ਥਾਲੀ ਮੇਰੇ ਅੱਗੇ ਕਰਤੀ, ਪਾਣੀ ਵਾਲਾ ਗਲਾਸ ਦੇਤਾ। ਕਹਿੰਦੇ 2 ਪ੍ਰਸ਼ਾਦੇ ਵੀ ਇਹਨੂੰ ਰੱਖ ਦੇ। ਮੈਨੂੰ ਕਹਿੰਦੇ ਡਰੀ ਨਾ, ਪਟਿਆਲੇ ਤੇਰਾ ਘਰ ਬਣਨਾ, ਤੇਰੇ 3 ਬੱਚੇ ਹੋਣਗੇ, ਰੋਟੀ ਤੋਂ ਕਦੇ ਤੂੰ ਮਥਾਜ ਨਹੀਂ ਹੋਏਗਾ, 1 ਜਹਾਜ਼ ਚੜ੍ਹੇਗਾ 1 ਉਤਰੇਗਾ। ਇਹ ਉਹਨਾਂ ਦੇ ਵਜਨਾਂ ਨਾਲ ਹੀ ਮੈਂ ਜਹਾਜ਼ ਲੋਕਲ ਬੱਸ ਬਣਾਇਆ ਹੋਇਆ। ਇੱਥੋਂ ਉਤਰਦਾ ਉੱਥੇ ਚੜ੍ਹਦਾ, ਇੱਥੋਂ ਉਤਰਦਾ ਉੱਥੇ ਚੜ੍ਹਦਾ, ਉਹਨਾਂ ਦਾ ਬਚਨ ਹੀ ਆ ਬਸ। ਬਾਕੀ ਇਹੀ ਮੇਰੀ ਬੇਨਤੀ ਆ ਸਾਰੇ ਸਿੰਘਾਂ ਨੂੰ ਕਿ ਜਿਹੜੀ ਵੱਡੀ ਚੀਜ਼ ਹੁੰਦੀ ਆ ਉਹ ਹੁੰਦੀ ਆ ਆਪਣਾ ਜੀਵਨ ਰਹਿਤ ਬਹਿਤ ਮਹਾਂਪੁਰਖਾਂ ਨੇ ਦੱਸੇ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ, ਇਹੀ ਵੱਡੀ ਚੀਜ਼ ਹੁੰਦੀ ਆ। ਮੈਂ ਸਾਰੇ ਸਿੰਘਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਮਹਾਂਪੁਰਸ਼ ਹੁਣ ਵੀ ਜੇ ਕਦੇ ਸੁਪਨੇ 'ਚ ਵੀ ਮਿਲ ਪੈਣਗੇ ਤੇ ਕਹਿਣਗੇ ਉਹ ਤੂੰ ਜਪਜੀ ਸਾਹਿਬ ਦੇ ਪਾਠ ਛੱਡਤੇ ਹੁਣ 25 ਤਾਂ ਕਰ ਲਿਆ ਕਰ,
मैं जी हुण जदों 4-5 कथा करनियां पैंदियां सिर थक जांदा मेरा। तां संत करतार सोहनी कहंदे एक दिन कहंदे चल ठाकर सिंह 5 पाठ जपजी साहब दे रोज़ कर लिया कर, इन्ने बड़िया नाल 4-5 कथा कर दिया कर। ये जरूर आ बई सुपने च आके हौसला वधा जांदे एक वारी। कहंदे मैं कहा जी मैं तां हुण कोई भजन नहीं सिमरन नहीं, असीं तां कथा ही करी जांदे आ। ते मैनूं बाबा करतार सिंह जी खालसा छाती ते हत्थ मार के कहंदे अगे मैं जिम्मेवार हाँ, अगे दी चिंता ना करी तूं। इस करके असीं नहीं समझदे मेरे तो दूर ने, जद मैं कथा करदा मेरे सिर ते ही खड़ जांदे आके। और कहंदे कोई डोल ना जाई, कथा कर तैनूं महाराज आपे बख्शिश करनगे। इस करके मैं तां जो मैनूं आउंदा मैं दसदा, सीधा सादा हिसाब मेरा, ना तो मैनूं कुछ आउंदा ही छड्डू झौरूंगू। ते बस मैं इक्को ही समझदा ਜਿਹੜਾ ਮੈਨੂੰ ਪ੍ਰਸ਼ਾਦਾ ਛਕਾਇਆ ਸੀ ਨਾ ਉਹਦੇ 'ਚ ਹੀ ਸਾਰਾ ਕੁਝ ਦੇ ਗਏ ਮੈਨੂੰ। ਮਹਾਂਪੁਰਖਾਂ ਨੇ ਕਿਰਪਾ ਕੀਤੀ ਆ, ਪੰਜਵੇਂ ਪਾਤਸ਼ਾਹ ਨੂੰ ਯਾਦ ਕੀਤਾ, ਮਹਾਂਪੁਰਖਾਂ ਨੂੰ ਯਾਦ ਕੀਤਾ ਔਰ ਬਾਬਾ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼। ਸੋ ਅਵਸਥਾ ਦੀ ਗੱਲ ਹੁੰਦੀ ਆ, ਦੁਨੀਆ ਨਹੀਂ ਸਮਝ ਸਕਦੀ। ਲੋਕ ਕੇ ਜਾਣੈ ਬੱਪੜਾ ਜੇ ਮਨ ਨਾਹੀ ਗਿਆਨ। ਮੇਰੀ ਨਜ਼ਰ ਵਿੱਚ ਇਹ ਠੀਕ ਹੈ ਕਿ ਟਕਸਾਲ ਦੇ ਸਾਰੇ ਮਹਾਂਪੁਰਖ ਕੋਹੇ ਨੂਰ ਹੀਰੇ ਵਾਂਗੂ ਚਮਕਦੇ ਨੇ। ਬਹੁਤ ਉੱਚੀ ਅਵਸਥਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ, ਪਰ ਜਿਹੜੀ ਅਵਸਥਾ ਬਾਬਾ ਠਾਕੁਰ ਸਿੰਘ ਦੀ ਸੀ ਉਹ ਮੈਨੂੰ ਪੁੱਛੋ, ਮੈਂ ਜਦ ਉਹਨਾਂ ਦਾ ਧਿਆਨ ਕਰਦਾ ਮੈਂ ਕਹਿੰਦਾ ਮੈਨੂੰ ਕੋਈ ਫਰਕ ਹੀ ਨਹੀਂ ਆਉਂਦਾ ਪਰਮਾਤਮਾ ਤੇ ਉਹਨਾਂ 'ਚ। ਐਡੀ ਉੱਚੀ ਅਵਸਥਾ ਉਹਨਾਂ ਦੀ। ਇੱਕ ਕਮੀ ਰਹਿ ਗਈ ਵੀ ਆਪਾਂ ਉਹਨਾਂ ਨੂੰ ਸਮਝ ਹੀ ਨਹੀਂ ਸਕੇ। ਬਸ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਟਕਸਾਲ ਦੇ ਸਿੰਘ ਨਹੀਂ ਹਲੇ ਤੱਕ ਸਮਝ ਸਕੇ, ਕਿਉਂਕਿ ਉਹਨਾਂ ਨੇ ਆਪਦੀ ਅਵਸਥਾ ਹੀ ਨਹੀਂ ਕਿਸੇ ਨੂੰ ਦੱਸੀ। ਬਾਬਾ ਠਾਕੁਰ ਸਿੰਘ ਦੀ ਅਵਸਥਾ ਨਹੀਂ ਕਿਸੇ ਨੂੰ ਪਤਾ, ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਅਵਸਥਾ ਨਹੀਂ ਪਤਾ, ਕਿਉਂਕਿ ਹੋਣ ਨਜ਼ੀਕ ਨਹੀਂ ਕਿਸੇ ਨੂੰ ਪਤਾ। ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਅਵਸਥਾ ਨਹੀਂ ਪਤਾ, ਕਿਉਂਕਿ ਹੋਣ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੇ ਦੇਣ। ਅਵਸਥਾ ਬਹੁਤ ਵੱਡੀ ਆ। ਬਾਬਾ ਠਾਕੁਰ ਸਿੰਘ ਜੀ ਨੇ ਭੰਡਾਰਾ ਖੋਲਿਆ ਅਖੀਰਲੇ 3 ਸਾਲਾਂ 'ਚ। ਜਿਹਨੂੰ ਕਿਹਨੂੰ ਬਖਸ਼ਿਸ਼ਾਂ ਹੀ ਕੀਤੀਆਂ, ਚੱਲ ਇਹਦੀ ਅਰਦਾਸ ਕਰ ਦਿਓ, ਚੱਲ ਇਹਨੂੰ ਆਹ ਦੇ ਦਿਓ, ਚੱਲ ਇਹਨੂੰ ਆਹ ਦੇ ਦਿਓ। ਪਹਿਲਾਂ ਜ਼ਿੰਦਗੀ 'ਚ ਉਹਨਾਂ ਨੇ ਕਦੇ ਨਹੀਂ ਇਉਂ ਕੀਤਾ ਜਿਵੇਂ ਅਖੀਰਲਿਆਂ ਸਾਲਾਂ 'ਚ ਆ ਕੇ ਕੀਤਾ ਸੀ। ਔਰ ਹਰੇਕ ਤੇ ਹੀ ਕਿਰਪਾ ਕਰਕੇ, ਇੱਥੇ ਤੁਹਾਡੇ ਤੇ ਇੰਨੀ ਕਿਰਪਾ ਕਰਕੇ ਗਏ ਆ ਤੁਹਾਡੇ 'ਚ ਉਹਨਾਂ ਦੀ ਕਿਰਪਾ ਸਾਰੀ। ਇਸ ਕਰਕੇ ਜੇ ਤੁਸੀਂ ਪਿਆਰ ਨਾਲ ਯਾਦ ਵੀ ਕਰੋਗੇ ਨਾ ਬਾਬਾ ਜੀ ਨੂੰ, ਬਾਬਾ ਜੀ ਤੁਹਾਡੇ ਸਾਹਮਣੇ ਵੀ ਖੜ ਜਾਣਗੇ ਆ ਕੇ। ਸਾਰੇ ਮਹਾਂਪੁਰਸ਼ ਕਿਤੇ ਨਹੀਂ ਜਾਂਦੇ ਹੁੰਦੇ, ਸਾਰੇ ਹੀ ਖੜ ਜਾਂਦੇ। ਸੰਤ ਕਰਤਾਰ ਸਿੰਘ ਜੀ ਖਾਲਸਾ ਹੁਣ ਤੱਕ ਮਹਿਤੇ ਆ ਜਾਂਦੇ ਕਈ ਵਾਰੀ। ਉੱਥੇ ਸਾਡੇ ਲਾਂਗਰੀ ਭੋਲਾ ਸਿੰਘ ਹੁੰਦਾ ਸੀ, ਉਹ ਕਹਿੰਦਾ ਸਿੱਧਾ ਜਿਹਾ ਸੀ, ਕਹਿੰਦਾ ਉਹ ਰਾਤ ਆਏ ਸੀ। ਮੈਂ ਕੌਣ? ਕਹਿੰਦਾ ਸੰਤ ਕਰਤਾਰ ਸਿੰਘ। ਮੈਂ ਕੀ ਕਹਿੰਦੇ? ਕਹਿੰਦੇ ਉਹ ਪਰਲੇ ਪਾਸੇ ਟੈਂਕੀ ਪਾਣੀ ਵਾਲੀ ਬਣਾ ਦਿਓ। ਅਖੇ ਸੰਤ ਜਰਨੈਲ ਸਿੰਘ ਨੂੰ ਕਹੀਂ ਉਹ ਪਰਲੇ ਪਾਸੇ ਜਿੱਧਰ ਹੁਣ ਬਾਥਰੂਮ ਬਣੇ ਹੋਏ ਨੇ, ਕਹਿੰਦੇ ਬਾਹਰ ਸਿੰਘਾਂ ਨੂੰ ਜ਼ਿਮੀਂਦਾਰ ਤੰਗ ਕਰਦੇ ਆ। ਇਸ ਤਰ੍ਹਾਂ ਮਹਾਂਪੁਰਸ਼ ਕਿਤੇ ਵੀ ਨਹੀਂ ਗਏ। ਸਿਰਫ ਇੱਕ ਯਾਦ ਰੱਖੋ, ਸੋ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਸੋ ਸੰਤ ਮਹਾਂਪੁਰਸ਼ ਹਮੇਸ਼ਾ ਸਾਡੇ ਨਾਲ ਨੇ। ਇਹ ਬੜੀਆਂ ਵੱਡੀਆਂ ਅਵਸਥਾਵਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਉਹੀ ਜੋਤ ਹੈ ਜੋ 10ਵੇਂ ਪਾਤਸ਼ਾਹ ਜੀ, ਜੋ ਪਹਿਲੇ ਪਾਤਸ਼ਾਹ। ਔਰ ਜਦੋਂ ਕਦੇ ਮਹਾਂਪੁਰਸ਼ ਦਰਸ਼ਨ ਵੀ ਦਿੰਦੇ ਆ ਨਾ, ਜਿੰਨੇ ਮਹਾਂਪੁਰਸ਼ ਅਜ ਤੱਕ ਹੋਏ ਵੱਡੇ ਵੱਡੇ, ਇਹ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਂ ਹੀ ਪ੍ਰਗਟ ਹੋ ਜਾਂਦੇ ਤੇ ਸਰੂਪ 'ਚ ਹੀ ਲੋਪ ਹੋ ਜਾਂਦੇ ਆ। ਇਹ ਕਈ ਸਿੰਘ ਬੜੇ ਉੱਚੀ ਅਵਸਥਾ ਦੇ ਉਹ ਦੱਸ ਦਿੰਦੇ ਮੈਨੂੰ। ਇਸ ਕਰਕੇ ਆਪ ਵੀ ਸੱਚੇ ਪਾਤਸ਼ਾਹ ਕਈ ਵਾਰ ਗੁਰੂ ਗ੍ਰੰਥ ਸਾਹਿਬ 'ਚ ਹੀ ਪ੍ਰਕਾਸ਼ਮਾਨ ਹੋ ਜਾਂਦੇ ਨੇ ਤੇ ਆਪ ਹੀ ਅਲੋਪ ਹੋ ਜਾਂਦੇ ਨੇ। ਬਸ ਵੱਡੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਵਾਹਿਗੁਰੂ, ਆਪ ਅਕਾਲ ਪੁਰਖ ਹੈ। ਗੁਰੂ ਗ੍ਰੰਥ ਸਾਹਿਬ ਚਾਹਣ ਤਾਂ ਆਪਣੇ ਸਾਰਿਆਂ ਨੂੰ ਬ੍ਰਹਮ ਗਿਆਨ ਦੇ ਸਕਦੇ ਆ। ਬਸ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਜਪਜੀ ਸਾਹਿਬ ਦੇ ਪਾਠ ਕਰੋ, ਵੱਧ ਤੋਂ ਵੱਧ ਜੇ ਸੁਖਮਨੀ ਸਾਹਿਬ ਕਰ ਸਕਦੇ ਹੋ ਸੁਖਮਨੀ ਸਾਹਿਬ ਕਰੋ, ਮੂਲ ਮੰਤਰ ਦਾ ਅਭਿਆਸ ਕਰੋ।